अध्याय 42। ਜਾਂ याकूब ने ਵੇਖਿਆ कि मिस्र ਵਿੱਚ ਅੰਨ ਹੈ ਤਾਂ याकूब ने ਆਪਣੇ ਪੁੱਤਰਾਂ ਨੂੰ ਆਖਿਆ, ਤੁਸੀਂ ਕਿਉਂ ਇੱਕ ਦੂਜੇ ਵੱਲ ਵੇਖਦੇ ਹੋ? ਨਾਲੇ ਉਸਨੇ ਆਖਿਆ, ਵੇਖੋ ਮੈਂ ਸੁਣਿਆ ਹੈ ਕਿ ਮਿਸਰ ਵਿੱਚ ਅੰਨ ਹੈ, ਤਾਂ ਉੱਤੇ ਉਤਰ ਜਾਓ ਔਰ ਤੁਸੀਂ ਉੱਤੋਂ ਸਾਡੇ ਲਈ ਅੰਨ ਵਿਆਜ ਕੇ ਲੈ ਆਵੋ, ਤਾਂ ਜੋ ਅਸੀਂ ਜਿਉਂਦੇ ਰਹੀਏ ਔਰ ਮਰ ਨਾ ਜਾਈਏ। ਸੋ ਯੂਸਫ ਦੇ 10 ਭਰਾ ਮਿਸਰ ਵਿੱਚ ਅੰਨ ਵਿਆਜਣ ਉਤਰ ਗਏ। ਪਰ ਯੂਸਫ ਦੇ ਭਰਾ ਬੈਨਯਾਮੀਨ ਨੂੰ ਯਾਕੂਬ ਨੇ ਉਹਦੇ ਭਰਾਵਾਂ ਦੇ ਸੰਗ ਨਾ ਘੱਲਿਆ, ਕਿਉਂ ਜੋ ਉਸਨੇ ਆਖਿਆ ਕਿ ਕਿਤੇ ਉਸ ਉੱਤੇ ਵਿਪਤਾ ਨਾ ਪਵੇ। ਤਾਂ ਇਸਰਾਏਲ ਦੇ ਪੁੱਤਰ ਅੰਨ ਵਿਆਜਣ ਲਈ ਹੋਰ ਆਉਣ ਵਾਲਿਆਂ ਦੇ ਸੰਗ ਆਏ, ਕਿਉਂ ਜੋ ਕਨਾਨ ਦੇਸ਼ ਵਿੱਚ ਕਾਲ ਸੀ। ਯੂਸਫ ਉਸ ਦੇਸ਼ ਉੱਤੇ ਹਾਕਮ ਸੀ ਔਰ ਉਸ ਦੇਸ਼ ਦੇ ਸਾਰੇ ਲੋਕਾਂ ਦੇ ਕੋਲ ਅੰਨ ਵੇਚਦਾ ਸੀ। ਸੋ ਯੂਸਫ ਦੇ ਭਰਾ ਆਏ ਔਰ ਧਰਤੀ ਵੱਲ ਮੂੰਹ ਕਰਕੇ ਉਸਦੇ ਅੱਗੇ ਝੁਕੇ। ਯੂਸਫ ਨੇ ਆਪਣੇ ਭਰਾਵਾਂ ਨੂੰ ਵੇਖਿਆ ਔਰ ਉਹਨਾਂ ਨੂੰ ਪਛਾਣ ਲਿਆ, ਪਰ ਉਸਨੇ ਆਪਣੇ ਆਪ ਨੂੰ ਉਹਨਾਂ ਲਈ ਉਪਰਾ ਬਣਾਇਆ ਔਰ ਉਹਨਾਂ ਨੂੰ ਕਰੜਾਈ ਨਾਲ ਬੋਲਿਆ ਔਰ ਉਹਨਾਂ ਨੂੰ ਆਖਿਆ, ਤੁਸੀਂ ਕਿੱਥੋਂ ਆਏ ਹੋ? ਤਾਂ ਉਹਨਾਂ ਨੇ ਆਖਿਆ, ਕਨਾਨ ਦੇਸ਼ ਤੋਂ ਅੰਨ ਵਿਆਜਣ। ਯੂਸਫ ਨੇ ਆਪਣੇ ਭਰਾਵਾਂ ਨੂੰ ਪਛਾਣ ਲਿਆ, ਪਰ ਉਹਨਾਂ ਨੇ ਉਹਨੂੰ ਨਾ ਪਛਾਣਿਆ ਅਤੇ ਯੂਸਫ ਨੂੰ ਉਹ ਸੁਪਨੇ ਜਿਹੜੇ ਉਸਨੇ ਉਹਨਾਂ ਦੇ ਵਿਖੇ ਵੇਖੇ ਸਨ ਚੇਤੇ ਆਏ ਔਰ ਉਸਨੇ ਉਹਨਾਂ ਨੂੰ ਆਖਿਆ, ਤੁਸੀਂ ਖੋਜੀ ਹੋ ਔਰ ਦੇਸ਼ ਦੀ ਦੁਰਦਸ਼ਾ ਵੇਖਣ ਆਏ ਹੋ। ਉਹਨਾਂ ਨੇ ਉਸਨੂੰ ਆਖਿਆ, ਨਹੀਂ ਸਵਾਮੀ ਜੀ, ਤੁਹਾਡੇ ਦਾਸ ਅੰਨ ਵਿਆਜਣ ਆਏ ਹਨ। ਅਸੀਂ ਸਾਰੇ ਇੱਕ ਮਨੁੱਖ ਦੇ ਪੁੱਤਰ ਹਾਂ ਔਰ ਅਸੀਂ ਸੱਚੇ ਹਾਂ। ਅਸੀਂ ਤੁਹਾਡੇ ਦਾਸ ਖੋਜੀ ਨਹੀਂ ਹਾਂ। ਪਰ ਉਸਨੇ ਉਹਨਾਂ ਨੂੰ ਆਖਿਆ, ਨਹੀਂ, ਸਗੋਂ ਦੇਸ਼ ਦੀ ਦੁਰਦਸ਼ਾ ਵੇਖਣ ਆਏ ਹੋ। ਉਹਨਾਂ ਆਖਿਆ, ਅਸੀਂ ਤੁਹਾਡੇ ਦਾਸ 12 ਭਰਾ ਹਾਂ ਅਤੇ ਕਨਾਨ ਦੇਸ਼ ਦੇ ਇੱਕ ਹੀ ਮਨੁੱਖ ਦੇ ਪੁੱਤਰ ਹਾਂ, ਅਤੇ ਵੇਖੋ, ਸਭ ਤੋਂ ਛੋਟਾ ਅੱਜ ਦੇ ਦਿਨ ਸਾਡੇ ਪਿਤਾ ਦੇ ਕੋਲ ਹੈ ਔਰ ਇੱਕ ਹੈ ਨਹੀਂ। ਤਾਂ ਯੂਸਫ ਨੇ ਉਹਨਾਂ ਨੂੰ ਆਖਿਆ, ਹੈ ਇਹ ਉਹ ਤਾਂ ਗੱਲ ਹੈ ਜਿਹੜੀ ਮੈਂ ਤੁਹਾਡੇ ਨਾਲ ਕੀਤੀ ਕਿ ਤੁਸੀਂ ਖੋਜੀ ਹੋ, ਇਸੇ ਤੋਂ ਤੁਸੀਂ ਭਰਕੇ ਜਾਵੋਗੇ। ਫਿਰੌਨ ਦੀ ਜਾਨ ਦੀ ਸਹੁੰ, ਜਦ ਤੱਕ ਤੁਹਾਡਾ ਨਿੱਕਾ ਭਰਾ ਇੱਥੇ ਨਹੀਂ ਆ ਜਾਂਦਾ, ਤੁਸੀਂ ਇੱਥੋਂ ਨਿਕਲ ਨਾ ਸਕੋਗੇ। ਆਪਣੇ ਵਿੱਚੋਂ ਇੱਕ ਨੂੰ ਘੱਲੋ ਔਰ ਉਹ ਤੁਹਾਡੇ ਭਰਾ ਨੂੰ ਲੈ ਆਵੇ, ਪਰ ਤੁਸੀਂ ਇੱਥੇ ਕੈਦੀ ਹੋ ਕੇ ਰਹੋ, ਤਾਂ ਜੋ ਤੁਹਾਡੀਆਂ ਗੱਲਾਂ ਪਰਖੀਆਂ ਜਾਣ ਕਿ ਤੁਹਾਡੇ ਵਿੱਚ ਸੱਚਾਈ ਹੈ। ਪਰ ਜੇ ਨਹੀਂ ਤਾਂ ਫਿਰੌਨ ਦੀ ਜਾਨ ਦੀ ਸਹੁੰ, ਤੁਸੀਂ ਜ਼ਰੂਰ ਖੋਜੀ ਹੋ। ਉਸ ਉਹਨਾਂ ਨੂੰ 3 ਦਿਨਾਂ ਤੱਕ ਇਕੱਠੇ ਕੈਦ ਵਿੱਚ ਬੰਦ ਰੱਖਿਆ। ਤਾਂ ਤੀਜੇ ਦਿਨ ਯੂਸਫ ਨੇ ਉਹਨਾਂ ਨੂੰ ਆਖਿਆ, ਇਉਂ ਕਰੋ ਤਾਂ ਜਿਉ, ਕਿਉਂ ਜੋ ਮੈਂ ਪਰਮੇਸ਼ਰ ਤੋਂ ਡਰਦਾ ਹਾਂ। ਜੋ ਤੁਸੀਂ ਸੱਚੇ ਹੋ ਤਾਂ ਤੁਹਾਡੇ ਭਰਾਵਾਂ ਵਿੱਚੋਂ ਇੱਕ ਉਸੇ ਕੈਦਖਾਨੇ ਵਿੱਚ ਰੱਖਿਆ ਜਾਵੇ ਔਰ ਤੁਸੀਂ ਕਾਲ ਲਈ ਆਪਣੇ ਘਰ ਅੰਨ ਲੈ ਕੇ ਚਲੇ ਜਾਵੋ। ਆਪਣੇ ਨਿੱਕੇ ਭਰਾ ਨੂੰ ਮੇਰੇ ਕੋਲ ਲੈ ਆਵੋ, ਤਾਂ ਜੋ ਤੁਹਾਡੀਆਂ ਗੱਲਾਂ ਪਰਖੀਆਂ ਜਾਣ ਔਰ ਤੁਸੀਂ ਨਾ ਮਰੋ। ਤਾਂ ਉਹਨਾਂ ਨੇ ਉਵੇਂ ਹੀ ਕੀਤਾ। ਤਾਂ ਉਹਨਾਂ ਭਰਾਵਾਂ ਨੇ ਇੱਕ ਦੂਜੇ ਨੂੰ ਆਖਿਆ, ਅਸੀਂ ਆਪਣੇ ਭਰਾ ਦੇ ਕਾਰਨ ਜ਼ਰੂਰ ਦੋਸ਼ੀ ਹਾਂ, ਕਿਉਂਕਿ ਜਦ ਅਸਾਂ ਉਸਦੇ ਆਤਮਾ ਦੇ ਕਸ਼ਟ ਨੂੰ ਵੇਖਿਆ ਅਤੇ ਉਸਨੇ ਸਾਡੇ ਤਰਲੇ ਕੀਤੀ, ਤਾਂ ਅਸਾਂ ਉਸਦੀ ਨਾ ਸੁਣੀ
ਇਸੇ ਕਰਕੇ ਇਹ ਵਿਪਤਾ ਸਾਡੇ ਉੱਤੇ ਆਈ ਹੈ। ਤਦ ਰੂਬਨ ਨੇ ਉਹਨਾਂ ਨੂੰ ਉੱਤਰ ਦਿੱਤਾ ਕਿ ਮੈਂ ਤੁਹਾਨੂੰ ਨਹੀਂ ਸੀ ਆਖਦਾ ਕਿ ਤੁਸੀਂ ਇਸ ਮੁੰਡੇ ਨਾਲ ਪਾਪ ਨਾ ਕਰੋ, ਪਰ ਤੁਸੀਂ ਮੇਰੀ ਨਾ ਸੁਣੀ ਔਰ ਵੇਖੋ ਹੁਣ ਉਸਦੇ ਲਹੂ ਦੀ ਪੁੱਛ ਹੋਈ ਹੈ। ਉਹ ਨਹੀਂ ਜਾਣਦੇ ਸਨ ਕਿ ਯੂਸਫ ਸਮਝਦਾ ਹੈ, ਕਿਉਂ ਜੋ ਉਹਨਾਂ ਦੇ ਵਿਚਕਾਰ ਇੱਕ ਤਰਜਮਾ ਕਰਨ ਵਾਲਾ ਸੀ। ਉਹ ਉਹਨਾਂ ਤੋਂ ਇੱਕ ਪਾਸੇ ਹੋ ਕੇ ਰੋਇਆ, ਫਿਰ ਉਹਨਾਂ ਕੋਲ ਮੁੜ ਆਣ ਕੇ ਉਹਨਾਂ ਨਾਲ ਗੱਲਾਂ ਕੀਤੀਆਂ ਔਰ ਉਹਨਾਂ ਵਿੱਚ ਸਿਮਿਓਨ ਨੂੰ ਲਿਆ ਔਰ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਉਸ ਨੂੰ ਬੰਨ੍ਹਿਆ। ਫਿਰ ਯੂਸਫ ਨੇ ਹੁਕਮ ਦਿੱਤਾ ਕਿ ਉਹ ਉਹਨਾਂ ਦੀਆਂ ਗੁਣਾਂ ਵਿੱਚ ਅੰਨ ਭਰ ਦੇਣ ਔਰ ਇੱਕ ਇੱਕ ਦੀ ਚਾਂਦੀ ਉਹਦੀ ਗੁਣ ਵਿੱਚ ਅੰਨ ਭਰ ਦੇਣ ਔਰ ਇੱਕ ਇੱਕ ਚਾਂਦੀ ਉਹਦੀ ਗੁਣ ਵਿੱਚ ਮੋੜ ਕੇ ਰੱਖ ਦੇਣ ਔਰ ਰਸਤੇ ਲਈ ਉਹਨਾਂ ਨੂੰ ਰਸਤ ਦੇਣ। ਤਾਂ ਉਹਨਾਂ ਨਾਲ ਐਵੇਂ ਹੀ ਕੀਤਾ ਗਿਆ। ਉਹਨਾਂ ਆਪਣੇ ਕੋਤਿਆਂ ਉੱਤੇ ਆਪਣੇ ਅੰਨ ਲੱਦ ਲਿਆ ਅਤੇ ਉੱਤੋਂ ਤੁਰ ਪਏ। ਜਦ ਇੱਕ ਨੇ ਪੜਾਅ ਉੱਤੇ ਆਪਣੇ ਕੋਤੇ ਨੂੰ ਚਾਰਾ ਦੇਣ ਲਈ ਆਪਣਾ ਗੁਣ ਖੋਲੀ ਤਾਂ ਉਸਨੇ ਆਪਣੀ ਚਾਂਦੀ ਦਿੱਤੀ, ਤਾਂ ਵੇਖੋ ਉਹ ਉਸਦੀ ਗੁਣ ਦੇ ਮੂੰਹ ਉੱਤੇ ਪਈ ਹੋਈ ਸੀ। ਤਾਂ ਉਸਨੇ ਆਪਣੇ ਭਰਾਵਾਂ ਨੂੰ ਆਖਿਆ, ਮੇਰੀ ਚਾਂਦੀ ਮੋੜ ਦਿੱਤੀ ਗਈ ਹੈ ਔਰ ਵੇਖੋ ਉਹ ਮੇਰੀ ਗੁਣ ਵਿੱਚ ਹੀ ਹੈ। ਉਹਨਾਂ ਦੇ ਦਿਲ ਬੈਠ ਗਏ ਔਰ ਕੰਬਦੇ ਹੋਏ ਇੱਕ ਦੂਜੇ ਨੂੰ ਆਖਣ ਲੱਗੇ, ਇਹ ਕੀ ਹੈ ਜੋ ਪਰਮੇਸ਼ਰ ਨੇ ਸਾਡੇ ਨਾਲ ਕੀਤਾ। ਉਹ ਆਪਣੇ ਪਿਤਾ ਯਾਕੂਬ ਕੋਲ ਕਨਾਨ ਦੇਸ਼ ਵਿੱਚ ਆਏ ਅਤੇ ਸਭ ਕੁਝ ਜੋ ਉਹਨਾਂ ਉੱਤੇ ਬੀਤਿਆ ਸੀ ਉਹਨੂੰ ਦੱਸਿਆ ਕਿ ਉਹ ਮਨੁੱਖ ਜਿਹੜਾ ਉਸ ਦੇਸ਼ ਦਾ ਹਾਕਮ ਹੈ ਸਾਨੂੰ ਕਰੜਾਈ ਨਾਲ ਬੋਲਿਆ ਅਤੇ ਸਾਨੂੰ ਦੇਸ਼ ਦਾ ਖੋਜੀ ਠਹਿਰਾਇਆ। ਅਸਾਂ ਉਸ ਨੂੰ ਆਖਿਆ, ਅਸੀਂ ਸੱਚੇ ਹਾਂ ਔਰ ਖੋਜੀ ਨਹੀਂ ਹਾਂ। ਅਸੀਂ 12 ਭਰਾ ਆਪਣੇ ਪਿਤਾ ਦੇ ਪੁੱਤਰ ਹਾਂ, ਇੱਕ ਹੈ ਨਹੀਂ ਔਰ ਨਿੱਕਾ ਅੱਜ ਦੇ ਦਿਨ ਆਪਣੇ ਪਿਤਾ ਦੇ ਕੋਲ ਕਨਾਨ ਦੇਸ਼ ਵਿੱਚ ਹੈ। ਤਾਂ ਉਸਨੇ ਜਿਹੜਾ ਉਸ ਦੇਸ਼ ਦਾ ਹਾਕਮ ਹੈ ਆਖਿਆ, ਮੈਂ ਇਸ ਤੋਂ ਜਾਣਾਂਗਾ ਕਿ ਸੱਚੇ ਹੋ ਪਈ ਆਪਣੀ ਇੱਕ ਕੋਲ ਛੱਡੋ ਔਰ ਆਪਣੇ ਘਰ ਵਾਸਤੇ ਕਾਲ ਲਈ ਅੰਨ ਲੈ ਕੇ ਚਲੇ ਜਾਵੋ ਔਰ ਆਪਣਾ ਨਿੱਕਾ ਭਰਾ ਮੇਰੇ ਕੋਲ ਲੈ ਆਵੋ, ਤਾਂ ਮੈਂ ਜਾਣਾਂਗਾ ਕਿ ਤੁਸੀਂ ਖੋਜੀ ਨਹੀਂ ਹੋ ਸਗੋਂ ਤੁਸੀਂ ਸੱਚੇ ਹੋ। ਫਿਰ ਮੈਂ ਤੁਹਾਡੇ ਭਰਾ ਨੂੰ ਤੁਹਾਨੂੰ ਦੇ ਦਿਆਂਗਾ ਅਤੇ ਤੁਸੀਂ ਇਸ ਦੇਸ਼ ਵਿੱਚ ਵਪਾਰ ਕਰਿਓ। ਔਰ ਯੂੰ ਹੋਇਆ ਕਿ ਜਦ ਉਹ ਆਪਣੀਆਂ ਗੁਣਾ ਖਾਲੀ ਕਰ ਰਹੇ ਸਨ ਤਾਂ ਵੇਖੋ ਹਰ ਇੱਕ ਦੀ ਚਾਂਦੀ ਦੀ ਗੰਢ ਉਸਦੀ ਗੁਣ ਵਿੱਚ ਸੀ। ਤਾਂ ਉਹ ਔਰ ਉਹਨਾਂ ਦਾ ਪਿਤਾ ਆਪਣੀਆਂ ਗੰਢਾਂ ਨੂੰ ਵੇਖ ਕੇ ਡਰ ਗਏ ਔਰ ਉਹਨਾਂ ਦੇ ਪਿਤਾ ਯਾਕੂਬ ਨੇ ਉਹਨਾਂ ਨੂੰ ਆਖਿਆ, ਤੁਸੀਂ ਮੈਨੂੰ ਆਉਤ ਕੀਤਾ, ਯੂਸਫ ਹੈ ਨਹੀਂ ਅਤੇ ਸਿਮਿਓਨ ਵੀ ਹੈ ਨਹੀਂ, ਬੈਨਯਾਮੀਨ ਨੂੰ ਤੁਸੀਂ ਲੈ ਜਾਵੋਗੇ। ਇਹ ਸਾਰੀਆਂ ਗੱਲਾਂ ਮੇਰੇ ਵਿਰੁੱਧ ਹੋਈਆਂ ਹਨ। ਤਦ ਰੂਬੇਨ ਨੇ ਆਪਣੇ ਪਿਤਾ ਨੂੰ ਇਹ ਆਖਿਆ, ਜੇ ਮੈਂ ਉਸ ਨੂੰ ਤੇਰੇ ਕੋਲ ਨਾ ਲਿਆਵਾਂ ਤਾਂ ਮੇਰੇ ਦੋਹਾਂ ਪੁੱਤਰਾਂ ਨੂੰ ਮਾਰ ਛੱਡੀ ਉਹਨੂੰ ਮੇਰੇ ਹੱਥ ਵਿੱਚ ਦੇ ਅਤੇ ਮੈਂ ਉਹਨੂੰ ਤੇਰੇ ਕੋਲ ਮੋੜ ਲਿਆਵਾਂਗਾ। ਪਰ ਉਸ ਆਖਿਆ, ਮੇਰਾ ਪੁੱਤਰ ਤੁਹਾਡੇ ਨਾਲ ਨਹੀਂ ਜਾਵੇਗਾ, ਕਿਉਂ ਜੋ ਉਸ ਦਾ ਭਰਾ ਮਰ ਗਿਆ ਔਰ ਉਹ ਇਕੱਲਾ ਰਹਿ ਗਿਆ ਹੈ। ਜੇ ਉਹਦੇ ਉੱਤੇ ਕੋਈ ਬਲਾ ਰਸਤੇ ਵਿੱਚ ਜਿੱਤੋਂ ਦੀ ਤੁਸੀਂ ਜਾਣਦੇ ਹੋ ਆ ਪਵੇ ਤਾਂ ਤੁਸੀਂ ਮੇਰੇ ਤੌਲੀਆਂ ਨੂੰ ਗਮ ਨਾਲ ਪਤਾਲ ਵਿੱਚ ਉਤਾਰੋਗੇ। ਸਾਮੂਏਲ ਦੀ ਦੂਜੀ ਪੋਥੀ ਅਧਿਆਇ 2। ਇਹਦੇ ਪਿੱਛੋਂ ਅਜਿਹਾ ਹੋਇਆ ਜੋ ਦਾਊਦ ਨੇ ਯਹੋਵਾ ਕੋਲੋਂ ਪੁੱਛਿਆ, ਭਈ ਮੈਂ ਯਹੂਦਾ ਦੇ ਨਗਰਾਂ ਵਿੱਚੋਂ ਕਿਸੇ ਉੱਤੇ ਚੜ ਜਾਵਾਂ
ਯਹੋਵਾ ਨੇ ਉਹਨਾਂ ਨੂੰ ਆਖਿਆ, ਚੜ ਜਾ। ਜਦ ਦਾਊਦ ਨੇ ਆਖਿਆ, ਕਿੱਥੇ ਜਾਵਾਂ? ਉਸਨੇ ਆਖਿਆ, ਹਬਰੋਨ ਵੱਲ। ਸੋ ਦਾਊਦ ਉੱਤੇ ਚੜ ਗਿਆ ਅਤੇ ਉਹਦੇ ਨਾਲ ਉਹਦੀਆਂ ਦੋਵੇਂ ਪਤਨੀਆਂ ਅਰਥਾਤ ਇਜ਼ਰਾਇਲਨ ਅਹੀਨੋਵਾਮ ਅਤੇ ਕਰਮਲੀ ਨਾਬਾਲ ਦੀ ਧੀਵੀ ਅਬੀਗੈਲ ਸਨ। ਦਾਊਦ ਆਪਣੇ ਲੋਕਾਂ ਨੂੰ ਜੋ ਉਹਦੇ ਨਾਲ ਸਨ ਸਭਨਾਂ ਨੂੰ ਉਹਨਾਂ ਦੇ ਟੱਬਰਾਂ ਸਣੇ ਉਤਾਹ ਲੈ ਆਇਆ। ਸੋ ਉਹ ਹਬਰੋਨ ਦੀਆਂ ਪਿੰਡਾਂ ਵਿੱਚ ਆਣ ਵਸੇ। ਤਦ ਯਹੂਦਾ ਦੇ ਲੋਕ ਆਏ ਅਤੇ ਉੱਤੇ ਉਹਨਾਂ ਨੇ ਦਾਊਦ ਨੂੰ ਮਸਾ ਕੀਤਾ ਜੋ ਉਹ ਯਹੂਦਾ ਦੇ ਘਰਾਣੇ ਦਾ ਬਾਦਸ਼ਾਹ ਬਣੇ। ਅਤੇ ਲੋਕਾਂ ਨੇ ਇਹ ਆਖ ਕੇ ਦਾਊਦ ਨੂੰ ਖਬਰ ਦਿੱਤੀ ਪਈ, ਜਿਨ੍ਹਾਂ ਨੇ ਸਾਊਲ ਨੂੰ ਦੱਬਿਆ ਸੀ ਸੋ ਯਾਬੇਸ ਗਿਲਿਆਦ ਦੇ ਲੋਕ ਹਨ। ਸੋ ਦਾਊਦ ਨੇ ਯਾਬੇਸ ਗਿਲਿਆਦ ਦੀਆਂ ਲੋਕਾਂ ਕੋਲ ਹਲਕਾਰੇ ਘੱਲ ਕੇ ਉਹਨਾਂ ਨੂੰ ਆਖਿਆ, ਭਈ ਯਹੋਵਾ ਵੱਲੋਂ ਤੁਸੀਂ ਮੁਬਾਰਕ ਹੋਵੋ, ਕਿਉਂ ਜੋ ਤੁਸਾਂ ਆਪਣੇ ਮਾਲਕ ਸਾਊਲ ਉੱਤੇ ਐਡੀ ਦਇਆ ਕੀਤੀ ਜੋ ਉਹਨੂੰ ਦੱਬ ਦਿੱਤਾ। ਹੁਣ ਯਹੋਵਾ ਤੁਹਾਡੇ ਉੱਤੇ ਕਿਰਪਾ ਅਤੇ ਸਚਾਈ ਕਰਦਾ ਰਹੇ ਅਤੇ ਮੈਂ ਵੀ ਤੁਹਾਨੂੰ ਉਸ ਭਲਾਈ ਦਾ ਵੱਟਾ ਦਿਆਂਗਾ। ਇਸ ਲਈ ਜੋ ਤੁਸਾਂ ਇਹ ਕੰਮ ਕੀਤਾ ਸੋ ਹੁਣ ਤੁਹਾਡੀਆਂ ਬਾਹਾਂ ਤਕੜੀਆਂ ਹੋਣ ਅਤੇ ਤੁਸੀਂ ਬਰਿਆਮਗੀ ਕਰੋ, ਕਿਉਂ ਜੋ ਤੁਹਾਡਾ ਮਾਲਕ ਸਾਊਲ ਮਰ ਗਿਆ ਹੈ ਅਤੇ ਯਹੂਦਾ ਦੇ ਘਰਾਣੇ ਨੇ ਮੈਨੂੰ ਮਸਾ ਕੀਤਾ ਜੋ ਮੈਂ ਇਹਨਾਂ ਦਾ ਬਾਦਸ਼ਾਹ ਬਣਾ। ਪਰ ਨੇਰ ਦੇ ਪੁੱਤਰ ਅਬਨੇਰ ਨੇ, ਜਿਹੜਾ ਸਾਊਲ ਦਾ ਸੈਨਾਪਤੀ ਸੀ, ਸਾਊਲ ਦੇ ਪੁੱਤਰ ਇਸਬੋਸ਼ਤ ਨੂੰ ਲੈ ਕੇ ਉਹਨੂੰ ਮਹਨਾਇਮ ਵਿੱਚ ਅੱਪੜ ਦਿੱਤਾ ਅਤੇ ਉਹਨੂੰ ਗਿਲਿਆਦ, ਅਸੂਰੀਆ, ਇਜ਼ਰਾਇਲ, ਅਫਰਾਇਮ, ਬੈਨਯਾਮੀਨ ਅਤੇ ਸਾਰੇ ਇਸਰਾਇਲ ਦਾ ਬਾਦਸ਼ਾਹ ਬਣਾ ਦਿੱਤਾ। ਅਤੇ ਸਾਊਲ ਦੇ ਪੁੱਤਰ ਇਸਬੋਸ਼ਤ ਦੀ ਉਮਰ 40 ਵਰ੍ਹਿਆਂ ਦੀ ਸੀ ਜਿਸ ਵੇਲੇ ਉਹ ਇਸਰਾਇਲ ਦਾ ਬਾਦਸ਼ਾਹ ਬਣਿਆ ਅਤੇ ਉਸਨੇ 2 ਵਰ੍ਹੇ ਰਾਜ ਕੀਤਾ। ਪਰ ਯਹੂਦਾ ਦਾ ਘਰਾਣਾ ਦਾਊਦ ਦੇ ਮਗਰ ਲੱਗਾ ਅਤੇ ਉਹ ਚਿਰ ਜਿਸ ਵਿੱਚ ਦਾਊਦ ਨੇ ਹਬਰੋਨ ਵਿੱਚ ਦਾਊਦ ਦੇ ਯਹੂਦਾ ਦੇ ਘਰਾਣੇ ਉੱਤੇ ਰਾਜ ਕੀਤਾ ਸੋ 7 ਵਰ੍ਹੇ ਅਤੇ 6 ਮਹੀਨੇ ਸੀ। ਨੇਰ ਦੇ ਪੁੱਤਰ ਅਬਨੇਰ ਅਤੇ ਸਾਊਲ ਦੇ ਪੁੱਤਰ ਇਸਬੋਸ਼ਤ ਦੇ ਟਹਿਲੀਏ ਮਹਨਾਇਮ ਵਿੱਚ ਤੁਰ ਕੇ ਗਿਬਿਓਨ ਵਿੱਚ ਆਏ ਅਤੇ ਸਰੀਆ ਦਾ ਪੁੱਤਰ ਯੋਆਬ ਅਤੇ ਦਾਊਦ ਦੇ ਟਹਿਲੀਏ ਨਿਕਲੇ ਅਤੇ ਗਿਬਿਓਨ ਦੇ ਤਲਾਅ ਕੋਲ ਉਹਨਾਂ ਨੂੰ ਮਿਲੇ ਅਤੇ ਦੋਵੇਂ ਬੈਠ ਗਏ। ਇੱਕ ਤਾਂ ਤਲਾਅ ਦੇ ਉਰਲੇ ਬੰਨੇ ਅਤੇ ਦੂਜਾ ਤਲਾਅ ਦੇ ਪਰਲੇ ਬੰਨੇ। ਤਦ ਅਬਨੇਰ ਨੇ ਯੋਆਬ ਨੂੰ ਆਖਿਆ ਕਿ ਆਖੋ ਤਾਂ ਜਵਾਨ ਉੱਠਣ ਅਤੇ ਸਾਡੇ ਅੱਗੇ ਕੋਈ ਖੇਡ ਵਿਖਾਉਣ। ਸੋ ਯੋਆਬ ਬੋਲਿਆ, ਉੱਠਣ। ਤਦ ਸਾਊਲ ਦੇ ਪੁੱਤਰ ਇਸਬੋਸ਼ਤ ਵੱਲੋਂ ਬੈਨਯਾਮੀਨ ਦੇ ਗਿਣਤੀ ਦੇ 12 ਜਵਾਨ ਉੱਠੇ ਅਤੇ ਪਰਲੇ ਪਾਸੇ ਗਏ ਅਤੇ ਦਾਊਦ ਦੇ ਟਹਿਲੂਆਂ ਵੱਲੋਂ ਵੀ 12 ਜਵਾਨ ਨਿਕਲੇ ਅਤੇ ਇੱਕ ਨੇ ਆਪੋ ਆਪਣੇ ਗੁਆਂਢੀ ਨੂੰ ਸਿਰੋਂ ਫੜ ਕੇ ਆਪਣੀ ਤਲਵਾਰ ਆਪਣੀ ਗੁਆਂਢੀ ਦੀ ਵੱਖੀ ਵਿੱਚ ਧਸਾ ਦਿੱਤੀ ਸੋ ਉਹ ਇਕੱਠੇ ਹੀ ਡਿੱਗ ਪਏ। ਇਸ ਲਈ ਉਸ ਥਾਂ ਦਾ ਨਾਮ ਹਲਕ ਹਸੂਰੀਮ ਰੱਖਿਆ ਜੋ ਗਿਬਿਓਨ ਵਿੱਚ ਹੈ। ਅਤੇ ਉਸ ਦਿਹਾੜੇ ਵੱਡੀ ਤਕੜੀ ਲੜਾਈ ਮੱਚੀ ਅਤੇ ਅਬਨੇਰ ਔਰ ਇਸਰਾਇਲ ਦੇ ਲੋਕ ਦਾਊਦ ਦੇ ਟਹਿਲੂਆਂ ਅੱਗੋਂ ਹਾਰ ਗਏ। ਉੱਤੇ ਸਰੀਆ ਦੇ 3 ਪੁੱਤਰ ਯੋਆਬ ਅਤੇ ਅਬੀਸਈ ਅਤੇ ਆਸਾਹੇਲ ਵੀ ਸਨ ਅਤੇ ਆਸਾਹੇਲ ਉਜਾੜ ਦੇ ਹਿਰਨ ਵਰਗੇ ਪੈਰਾਂ ਦਾ ਕਾਲਾ ਸੀ। ਅਤੇ ਆਸਾਹੇਲ ਨੇ ਅਬਨੇਰ ਦਾ ਪਿੱਛਾ ਕੀਤਾ ਅਤੇ ਅਬਨੇਰ ਦਾ ਪਿੱਛਾ ਕਰਨ ਨੂੰ ਚਾਂਦੀ ਵੇਰ ਉਹ ਸੱਜੇ ਜਾਂ ਖੱਬੇ ਹੱਥ ਨੂੰ ਨਾ ਪਵੀਆਂ। ਤਦ ਅਬਨੇਰ ਨੇ ਆਪਣੇ ਮਗਰ ਵੇਖ ਕੇ ਉਹਨੂੰ ਆਖਿਆ, ਤੂੰ ਹੀ ਆਸਾਹੇਲ ਹੈ? ਉਹ ਬੋਲਿਆ, ਆਹੋ। ਤਾਂ ਅਬਨੇਰ ਨੇ ਉਹਨੂੰ ਆਖਿਆ, ਸੱਜੇ ਜਾਂ ਖੱਬੇ ਹੱਥ ਨੂੰ ਮੁੜ ਕੇ ਜਵਾਨਾਂ ਵਿੱਚੋਂ ਕਿਸੇ ਨੂੰ ਫੜ ਲੈ ਅਤੇ ਉਹਦੇ ਸ਼ਸਤਰ ਲੁੱਟ ਲੈ। ਪਰ ਆਸਾਹੇਲ ਨੇ ਨਾ ਚਾਹਿਆ ਸੋ ਉਹਦਾ ਪਿੱਛਾ ਕਰਨ ਤੋਂ ਕਿਸੇ ਹੋਰ ਦੀ ਵੱਲ ਜਾਵਾ। ਅਬਨੇਰ ਨੇ ਆਸਾਹੇਲ ਨੂੰ
ਫਿਰ ਆਖਿਆ, ਮੇਰੇ ਮਗਰ ਲੱਗਣੋਂ ਹਟ ਜਾ, ਮੈਂ ਤੈਨੂੰ ਵੱਢ ਕੇ ਧਰਤੀ ਉੱਤੇ ਕਾਹਨੂੰ ਸੁੱਟਾਂ। ਫਿਰ ਮੈਂ ਤੇਰੇ ਭਰਾ ਯੋਆਬ ਨੂੰ ਕਿੱਕਣ ਮੂੰਹ ਵਿਖਾਵਾਂਗਾ। ਪਰ ਉਸਨੇ ਕਿਸੇ ਹੋਰ ਪਾਸੇ ਮੁੜਨ ਤੋਂ ਨਾ ਕੀਤੀ। ਤਦ ਅਬਨੇਰ ਨੇ ਬਰਜੀ ਦੇ ਪੁੱਟੇ ਸਿਰੇ ਨਾਲ ਉਹਦੀ ਪੰਜਵੀਂ ਪਸਲੀ ਦੇ ਹੇਠ ਉਹਨੂੰ ਅਜਿਹਾ ਮਾਰਿਆ ਜੋ ਉਸਦੀ ਪਿੱਠ ਵਿੱਚੋਂ ਦੀ ਪਾਰ ਨਿਕਲ ਗਈ। ਸੋ ਉਹ ਉੱਤੇ ਡਿੱਗ ਪਿਆ ਅਤੇ ਉਸੇ ਤਾਂ ਮਰ ਗਿਆ। ਅਤੇ ਅਜਿਹਾ ਹੋਇਆ ਭਈ ਜਿਹੜਾ ਕੋਈ ਉੱਤੇ ਜਿੱਤੇ ਆਸਹੇਲ ਮੋਇਆ ਪਿਆ ਸੀ ਆਉਂਦਾ ਸੀ ਤਾਂ ਉੱਤੇ ਹੀ ਖਲੋਤਾ ਰਹਿੰਦਾ ਸੀ। ਤਦ ਯੋਆਬ ਅਤੇ ਅਬੀਸ਼ਾਈ ਵੀ ਅਬਨੇਰ ਦੇ ਪਿੱਛੇ ਲੱਗ ਪਏ ਅਤੇ ਜਾਂ ਉਹ ਅੰਮਾ ਦੇ ਪਹਾੜ ਤੋੜੀ ਜੋ ਗਿਬਿਓਨ ਦੀ ਉਜਾੜ ਦੇ ਰਾਹ ਵਿੱਚ ਗਿਆ ਤੇ ਸਾਹਮਣੇ ਹੈ ਅਪੜੇ ਤਾਂ ਸੂਰਜ ਡੁੱਬ ਗਿਆ। ਅਤੇ ਬੇਨਯਮੀਨੀ ਅਬਨੇਰ ਦੇ ਮਗਰ ਹੋ ਕੇ ਇਕੱਠੇ ਹੋਏ ਅਤੇ ਇੱਕ ਟੋਲੀ ਬਣ ਕੇ ਇੱਕ ਪਹਾੜ ਦੀ ਟੀਸੀ ਉੱਤੇ ਖਲੋ ਗਏ। ਤਦ ਅਬਨੇਰ ਨੇ ਯੋਆਬ ਨੂੰ ਸੱਦ ਕੇ ਆਖਿਆ, ਭਲਾ ਤਲਵਾਰ ਉੜਕ ਤੋੜੀ ਨਾਸ ਕਰਦੀ ਰਹੇਗੀ। ਭਲਾ ਤੂੰ ਨਹੀਂ ਜਾਣਦਾ ਜੋ ਉਹਦਾ ਚੇਕੜ ਕੌੜਾ ਹੋਵੇਗਾ ਅਤੇ ਤਦ ਤੋੜੀ ਤੂੰ ਲੋਕਾਂ ਨੂੰ ਆਪੋ ਆਪਣੇ ਭਰਾਵਾਂ ਦਾ ਪਿੱਛਾ ਕਰਨ ਤੋਂ ਨਾ ਮੋੜੇਗਾ। ਤਦ ਯੋਆਬ ਨੇ ਆਖਿਆ, ਜੀਵਦੇ ਪਰਮੇਸ਼ਰ ਦੀ ਸਹੁੰ, ਜੇ ਕਦੀ ਤੂੰ ਇਹ ਗੱਲ ਨਾ ਆਖਦਾ ਤਾਂ ਲੋਕਾਂ ਵਿੱਚੋਂ ਸਭੋ ਆਪੋ ਆਪਣੇ ਭਰਾਵਾਂ ਦਾ ਪਿੱਛਾ ਛੱਡ ਕੇ ਸਵੇਰ ਹੀ ਮੁੜ ਜਾਂਦੇ। ਸੋ ਯੋਆਬ ਨੇ ਤੂਰੀ ਵਜਾਈ ਅਤੇ ਸਭ ਲੋਕ ਖਲੋ ਗਏ ਅਤੇ ਫਿਰ ਇਸਰਾਏਲ ਦੇ ਮਗਰ ਨਾ ਲੱਗੇ ਅਤੇ ਲੜਾਈ ਵੀ ਹੋਰ ਨਾ ਕੀਤੀ। ਅਤੇ ਅਬਨੇਰ ਔਰ ਉਹਦੇ ਲੋਕ ਉਸ ਸਾਰੀ ਰਾਤ ਰੜੇ ਵਿੱਚ ਤੁਰੇ ਗਏ ਅਤੇ ਯਰਦਨ ਦੇ ਪਾਰ ਹੋਏ ਅਤੇ ਸਾਰੇ ਬਿਤਰੋਨ ਵਿੱਚ ਦੀ ਗਏ ਅਤੇ ਮਹਨਾਇਮ ਵਿੱਚ ਫਿਰ ਆ ਗਏ। ਯੋਆਬ ਅਬਨੇਰ ਦਾ ਪਿੱਛਾ ਕਰਨ ਤੋਂ ਮੁੜ ਗਿਆ ਅਤੇ ਜਾਂ ਉਸਨੇ ਸਾਰੇ ਲੋਕਾਂ ਨੂੰ ਇਕੱਠਾ ਕੀਤਾ ਤਾਂ ਦਾਊਦ ਦੇ ਟਹਿਲੂਆਂ ਵਿੱਚੋਂ ਆਸਹੇਲ ਉਹਨੂੰ 19 ਮਣਕਾ ਨਾ ਲੱਭੇ। ਪਰ ਦਾਊਦ ਦੇ ਟਹਿਲੂਆਂ ਨੇ ਬੇਨਯਮੀਨ ਵਿੱਚੋਂ ਅਤੇ ਅਬਨੇਰ ਦੇ ਟਹਿਲੂਆਂ ਵਿੱਚੋਂ ਲੋਕਾਂ ਨੂੰ ਅਜਿਹਾ ਮਾਰਿਆ ਜੋ 360 ਮਨੁੱਖ ਮਰ ਗਏ। ਸੋ ਉਹਨਾਂ ਨੇ ਆਸਹੇਲ ਨੂੰ ਚੁੱਕ ਲਿਆ ਅਤੇ ਉਹਦੇ ਪਿਓ ਦੀ ਸਮਾਤ ਵਿੱਚ ਜੋ ਬੈਤਲਹੇਮ ਵਿੱਚ ਸੀ ਉਹਨੂੰ ਦੱਬ ਦਿੱਤਾ। ਅਤੇ ਯੋਆਬ ਔਰ ਉਹਦੇ ਮਨੁੱਖ ਸਾਰੀ ਰਾਤ ਤੁਰ ਕੇ ਪਹੂ ਪਟਦੀਆਂ ਸਾਰ ਹਬਰੋਨ ਵਿੱਚ ਆ ਗਏ। ਜਬਰਾਂ ਦੀ ਪੋਥੀ ਅਧਿਆਇ 13। ਹੇ ਯਹੋਵਾ, ਤੂੰ ਕਦ ਤੱਕ ਮੈਨੂੰ ਭੁਲਾ ਛੱਡੇਗਾ ਕਿ ਸਦਾ ਤੱਕ ਤੂੰ ਕਦ ਤੱਕ ਆਪਣਾ ਮੂੰਹ ਮੈਥੋਂ ਲੁਕਾਵੇਗਾ। ਮੈਂ ਕਦ ਤੱਕ ਆਪਣੇ ਮਨ ਵਿੱਚ ਖਿਚੜੀ ਪਕਾਵਾਂ ਅਤੇ ਸਾਰਾ ਦਿਨ ਆਪਣੇ ਦਿਲ ਵਿੱਚ ਸੋਗ ਕਰਾਂ। ਮੇਰਾ ਵੈਰੀ ਕਦ ਤੱਕ ਮੇਰੇ ਸਿਰ ਹੁੰਦਾ ਰਹੇ। ਹੇ ਯਹੋਵਾ ਮੇਰੇ ਪਰਮੇਸ਼ਰ, ਧਿਆਨ ਦੇ ਕੇ ਮੈਨੂੰ ਉੱਤਰ ਦੇ, ਮੇਰੀਆਂ ਅੱਖਾਂ ਨੂੰ ਤਾਣ ਨਾ ਦੇ। ਮਤੇ ਮੌਤ ਦੀ ਨੀਂਦ ਮੈਨੂੰ ਆ ਪਵੇ ਮਤੇ ਮੇਰਾ ਵੈਰੀ ਆ ਕੇ ਕਿ ਮੈਂ ਉਹਨੂੰ ਜਿੱਤ ਲਿਆ ਹੈ ਅਤੇ ਮੇਰੇ ਵਿਰੋਧੀ ਮੇਰੇ ਡੋਲ ਜਾਣ ਕਰਕੇ ਬਾਗ ਹੋਣ। ਪਰ ਮੈਂ ਤੇਰੀ ਦਇਆ ਉੱਤੇ ਭਰੋਸਾ ਰੱਖਿਆ ਹੈ। ਮੇਰਾ ਮਨ ਤੇਰੇ ਬਚਾਓ ਉੱਤੇ ਖੁਸ਼ੀ ਮਨਾਵੇਗੀ। ਮੈਂ ਯਹੋਵਾ ਲਈ ਗਾਵਾਂਗਾ, ਉਸਨੇ ਮੇਰੇ ਉੱਤੇ ਪਰ ਉਪਕਾਰ ਜੋ ਕੀਤਾ ਹੈ। ਮਰਕੁਸ ਦੀ ਇੰਜੀਲ ਅਧਿਆਇ 3। ਉਹ ਫਿਰ ਸਮਾਜ ਵਿੱਚ ਗਿਆ ਔਰ ਉੱਥੇ ਇੱਕ ਮਨੁੱਖ ਸੀ ਜਿਹਦਾ ਹੱਥ ਸੁੱਕਿਆ ਹੋਇਆ ਸੀ ਅਤੇ ਉਹ ਉਸਦੀ ਟੱਕ ਵਿੱਚ ਲੱਗੇ ਹੋਏ ਸਨ ਕਿ ਵੇਖੀਏ ਉਹ ਸਬਤ ਦੇ ਦਿਨ ਉਸਨੂੰ ਚੰਗਾ ਕਰੇ ਕਿ ਨਹੀਂ ਭਈ ਉਹਦੇ ਜੁੰਮੇ ਦੋਸ਼ ਲਾਉਣ। ਉਹਨੇ ਉਸ ਸੁੱਕੇ ਹੱਥ ਵਾਲੇ ਮਨੁੱਖ ਨੂੰ ਆਖਿਆ, ਵਿਚਾਲੇ ਖੜਾ ਹੋ। ਫਿਰ ਉਹਨੇ ਉਹਨਾਂ ਤੋਂ ਪੁੱਛਿਆ ਕਿ ਸਬਤ ਦੇ ਦਿਨ ਭਲਾ ਕਰਨਾ ਯੋਗ ਹੈ ਜਾਂ ਬੁਰਾ ਕਰਨਾ, ਜਾਨ ਬਚਾਉਣੀ ਜਾਂ ਜਾਨ ਮਾਰਨੀ।
ਪਰ ਉਹ ਚੁੱਪ ਹੀ ਰਹੇ। ਤਦ ਉਹਨੇ ਉਹਨਾਂ ਦੀ ਸਖਤ ਦਿਲੀ ਦੇ ਕਾਰਨ ਉਦਾਸ ਹੋ ਕੇ ਉਹਨਾਂ ਵੱਲ ਕ੍ਰੋਧ ਨਾਲ ਚੁਫੇਰੇ ਨਜ਼ਰ ਕੀਤੀ ਅਤੇ ਉਸ ਮਨੁੱਖ ਨੂੰ ਕਿਹਾ, ਆਪਣਾ ਹੱਥ ਲੰਮਾ ਕਰ। ਤਾਂ ਉਸਨੇ ਲੰਮਾ ਕੀਤਾ ਅਤੇ ਉਸਦਾ ਹੱਥ ਫਿਰ ਚੰਗਾ ਹੋ ਗਿਆ। ਤਦ ਫਰੀਸੀਆਂ ਨੇ ਨਿਕਲ ਕੇ ਉਸ ਵੇਲੇ ਹੈਰੋਦੀਆਂ ਨਾਲ ਉਹਦੇ ਵਿਰੋਧ ਮਤਾ ਪਕਾਇਆ, ਜੋ ਕਿਸ ਤਰ੍ਹਾਂ ਉਹਦਾ ਨਾਸ ਕਰੀਏ। ਯਿਸੂ ਆਪਣੇ ਚੇਲਿਆਂ ਸਣੇ ਝੀਲ ਵੱਲ ਚੱਲਿਆ ਗਿਆ ਔਰ ਗਲੀਲ ਤੋਂ ਬਹੁਤ ਸਾਰੇ ਲੋਕ ਮਗਰ ਹੋ ਤੁਰੇ ਔਰ ਯਹੂਦੀਆ ਅਤੇ ਯਰੂਸ਼ਲਮ ਅਤੇ ਅਦੂਮ ਤੋਂ ਅਤੇ ਯਰਦਨ ਦੇ ਪਾਰੋਂ ਅਤੇ ਸੂਰ ਅਤੇ ਸੈਦੇ ਦੇ ਆਲੇ ਦੁਆਲਿਓਂ ਇੱਕ ਵੱਡੀ ਭੀੜ ਇਹ ਸੁਣ ਕੇ ਜੋ ਉਹ ਕਹੇ ਵੱਡੇ ਵੱਡੇ ਕੰਮ ਕਰਦਾ ਹੈ ਉਹਦੇ ਕੋਲ ਆਏ। ਤਾਂ ਉਹਨੇ ਆਪਣੇ ਚੇਲਿਆਂ ਨੂੰ ਆਖਿਆ, ਭੀੜ ਦੇ ਕਾਰਨ ਇੱਕ ਡੋਂਗੀ ਮੇਰੇ ਲਈ ਤਿਆਰ ਰਹੇ, ਭਈ ਲੋਕ ਮੈਨੂੰ ਦਬਾ ਨਾ ਲੈਣ, ਕਿਉਂਕਿ ਉਹਨੇ ਬਹੁਤਿਆਂ ਨੂੰ ਚੰਗਾ ਕੀਤਾ ਸੀ। ਇੱਥੋਂ ਤੋੜੀ ਕਿ ਜਿੰਨੇ ਰੋਗੀ ਸਨ ਉਹ ਉਸ ਨੂੰ ਚਾਹਣ ਲਈ ਉਸ ਤੋਂ ਡਿੱਗਦੇ ਜਾਂਦੇ ਸਨ ਅਤੇ ਭ੍ਰਿਸ਼ਟ ਆਤਮੀਆਂ ਨੇ ਜਾਂ ਉਹਨੂੰ ਵੇਖਿਆ ਤਾਂ ਉਹਦੇ ਅੱਗੇ ਡਿੱਗ ਪਏ ਔਰ ਚੀਕਾਂ ਮਾਰ ਕੇ ਬੋਲੇ, ਤੂੰ ਪਰਮੇਸ਼ਰ ਦਾ ਪੁੱਤਰ ਹੈ। ਤਦ ਉਸ ਉਹਨਾਂ ਨੂੰ ਵੱਡੀ ਤਾਕੀਦ ਕੀਤੀ, ਭਈ ਮੈਨੂੰ ਉਜਾਗਰ ਨਾ ਕਰੋ। ਫਿਰ ਉਹਨੇ ਪਹਾੜ ਉੱਤੇ ਚੜ ਕੇ ਜਿਨ੍ਹਾਂ ਨੂੰ ਉਹ ਆਪ ਚਾਹੁੰਦਾ ਸੀ ਉਹਨਾਂ ਨੂੰ ਕੋਲ ਸੱਦਿਆ ਅਤੇ ਉਹ ਉਸਦੇ ਕੋਲ ਆਏ ਔਰ ਉਹਨੇ 12 ਪੁਰਸ਼ ਠਹਿਰਾਏ ਜੋ ਉਹਦੇ ਨਾਲ ਰਹਿਣ ਅਤੇ ਉਹ ਉਹਨਾਂ ਨੂੰ ਭੇਜੇ ਪਏ ਪ੍ਰਚਾਰ ਕਰਨ, ਨਾਲੇ ਭੂਤਾਂ ਦੇ ਕੱਢਣ ਦਾ ਇਖਤਿਆਰ ਰੱਖਣ। ਅਤੇ ਸਮਿਉਨ ਦਾ ਨਾਮ ਉਹਨੇ ਪਤਰਸ ਵੀ ਰੱਖਿਆ ਅਤੇ ਜ਼ਬਦੀ ਦਾ ਪੁੱਤਰ ਯਾਕੂਬ ਔਰ ਯਾਕੂਬ ਦਾ ਭਰਾ ਯੂਹੰਨਾ, ਜਿਨ੍ਹਾਂ ਦੋਹਾਂ ਦਾ ਨਾਮ ਉਹਨੇ ਬੰਨੀ ਰੋਗੀਸ ਰੱਖਿਆ, ਅਰਥਾਤ ਖਰਜਨ ਦੇ ਪੁੱਤਰ, ਅਤੇ ਅੰਤਰਿਆਸ ਅਤੇ ਫਿਲਿਪੁਸ ਅਤੇ ਬਰਤੁਲਮਈ ਅਤੇ ਮਤੀ ਅਤੇ ਤੋਮਾ ਅਤੇ ਹਲਫਾ ਦਾ ਪੁੱਤਰ ਯਾਕੂਬ ਅਤੇ ਖੱਦਈ ਅਤੇ ਸਮਿਉਨ ਕਨਾਨੀ ਅਤੇ ਯਹੂਦਾ ਇਸਕਾਰਿਓਤੀ ਜਿਨੇ ਉਸ ਨੂੰ ਫੜਵਾ ਵੀ ਦਿੱਤਾ। ਉਹ ਘਰ ਆਇਆ ਔਰ ਫਿਰ ਇੰਨੀ ਭੀੜ ਇਕੱਠੀ ਹੋਈ ਜੋ ਉਹ ਰੋਟੀ ਵੀ ਨਾ ਖਾ ਸਕੇ। ਜਾਂ ਉਹਦੇ ਸਾਕਾਂ ਨੇ ਇਹ ਸੁਣਿਆ ਤਾਂ ਉਹ ਉਸਦੇ ਫੜਨ ਨੂੰ ਨਿਕਲੇ, ਕਿਉਂ ਜੋ ਉਹਨਾਂ ਆਖਿਆ ਉਹ ਆਪਣੇ ਆਪ ਤੋਂ ਬਾਹਰ ਹੋ ਗਿਆ। ਅਤੇ ਗ੍ਰੰਥੀਆਂ ਨੇ ਜਿਹੜੇ ਯਰੂਸ਼ਲਮ ਤੋਂ ਆਏ ਸਨ ਇਹ ਕਿਹਾ, ਭਈ ਉਹ ਬਾਲ ਜ਼ਬੂਲ ਨਾਲ ਮਿਲਿਆ ਹੋਇਆ ਹੈ ਅਤੇ ਭੂਤਾਂ ਦੇ ਸਰਦਾਰ ਦੀ ਸਹਾਇਤਾ ਨਾਲ ਭੂਤਾਂ ਨੂੰ ਕੱਢਦਾ ਹੈ। ਤਾਂ ਉਸਨੇ ਉਹਨਾਂ ਨੂੰ ਆਪਣੇ ਕੋਲ ਸੱਦ ਕੇ ਦ੍ਰਿਸ਼ਟਾਂਤਾਂ ਵਿੱਚ ਉਹਨਾਂ ਨੂੰ ਕਿਹਾ ਕਿ ਸਤਾਨ ਨੂੰ ਸਤਾਨ ਕਿਸ ਤਰ੍ਹਾਂ ਕੱਢ ਸਕਦਾ ਹੈ। ਜੇ ਕਿਸੇ ਰਾਜ ਵਿੱਚ ਫੁੱਟ ਪੈ ਜਾਵੇ ਤਾਂ ਉਹ ਰਾਜ ਠਹਿਰ ਨਹੀਂ ਸਕਦਾ, ਔਰ ਜੇ ਕਿਸੇ ਘਰ ਵਿੱਚ ਫੁੱਟ ਪੈ ਜਾਵੇ ਤਾਂ ਉਹ ਘਰ ਠਹਿਰ ਨਾ ਸਕੇਗਾ। ਜੇ ਸ਼ੈਤਾਨ ਆਪਣੇ ਹੀ ਵਿਰੋਧ ਉੱਠੇ ਔਰ ਉਸ ਵਿੱਚ ਫੁੱਟ ਪੈ ਜਾਵੇ ਤਾਂ ਉਹ ਠਹਿਰ ਨਹੀਂ ਸਕਦਾ, ਸਗੋਂ ਉਹਦਾ ਉਡਕ ਆ ਪੁੱਛਿਆ। ਪਰ ਕੋਈ ਕਿਸੇ ਜ਼ੋਰਾਵਰ ਦੇ ਘਰ ਵਿੱਚ ਵੜ ਕੇ ਉਹਦਾ ਅਸਬਾਬ ਲੁੱਟ ਨਹੀਂ ਸਕਦਾ ਜੇ ਪਹਿਲਾਂ ਉਸ ਜ਼ੋਰਾਵਰ ਨੂੰ ਬੰਨ ਨਾ ਲਵੇ, ਤਦ ਉਹ ਉਸਦਾ ਘਰ ਲੁੱਟੇਗਾ। ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਮਨੁੱਖਾਂ ਦੇ ਪੁੱਤਰ ਦੇ ਸਾਰੇ ਪਾਪ ਅਤੇ ਕੁਫਰ ਜਿੰਨੇ ਉਹ ਬਖਸ਼ਣਗੇ ਮਾਫ ਕੀਤੇ ਜਾਣਗੇ, ਪਰ ਜੋ ਕੋਈ ਪਵਿੱਤਰ ਆਤਮਾ ਦੇ ਵਿਰੁੱਧ ਕੁਫਰ ਬੋਲੇ ਉਹਨੂੰ ਕਦੇ ਵੀ ਮਾਫੀ ਨਹੀਂ ਮਿਲੇਗੀ। ਪਰ ਉਹ ਸਦਾ ਦੇ ਪਾਪ ਦੇ ਵਸ ਵਿੱਚ ਆ ਗਿਆ, ਕਿਉਂ ਜੋ ਉਹਨਾਂ ਆਖਿਆ ਸੀ, ਭਈ ਭ੍ਰਿਸ਼ਟ ਆਤਮਾ ਉਹਦੇ ਵਿੱਚ ਹੈ। ਤਦ ਉਹਦੀ ਮਾਤਾ ਔਰ ਉਹਦੇ ਭਰਾ ਆਏ ਅਤੇ ਬਾਹਰ ਖੜੋ ਕੇ ਉਹਨੂੰ ਬੁਲਾ ਭੇਜਿਆ ਅਤੇ ਬਹੁਤ ਲੋਕ ਉਹਦੇ ਚੁਫੇਰੇ ਬੈਠੇ ਸਨ। ਸੋ ਉਹਨੂੰ ਆਖਣ ਲੱਗੇ, ਵੇਖ ਤੇਰੀ ਮਾਂ ਅਤੇ ਤੇਰੇ ਭਰਾ ਬਾਹਰ ਤੈਨੂੰ ਢੂੰਡਦੇ ਹਨ। ਉਸਨੇ ਉਹਨਾਂ ਨੂੰ ਉੱਤਰ ਦਿੱਤਾ, ਕੌਣ ਹੈ ਮੇਰੀ ਮਾਤਾ ਅਤੇ ਮੇਰੇ ਭਰਾ? ਅਤੇ ਉਸਨੇ ਉਹਨਾਂ ਵੱਲ ਜਿਹੜੇ ਉਸਦੇ ਆਲੇ ਦੁਆਲੇ ਬੈਠੇ ਸਨ ਚੌਂਕੀ ਪਾਸੇ ਨਿਗਾਹ ਕਰਕੇ ਆਖਿਆ, ਉਹ ਵੇਖੋ ਮੇਰੀ ਮਾਤਾ ਅਤੇ ਮੇਰੇ ਭਰਾ, ਕਿਉਂਕਿ
ਜੋ ਕੋਈ ਪਰਮੇਸ਼ਰ ਦੀ ਮਰਜ਼ੀ ਉੱਤੇ ਚੱਲਦਾ ਹੈ ਸੋ ਹੀ ਮੇਰਾ ਭਰਾ ਅਤੇ ਭੈਣ ਅਤੇ ਮਾਤਾ ਹੈ। ਸਭਨਾਂ ਨੂੰ ਪਿਆਰ ਭਰੀ ਜੈ ਮਸੀਹ ਦੀ। ਅੱਜ ਜੋ ਆਪਾਂ ਵਚਨ ਪੜ੍ਹਿਆ ਸੀ ਉਸ ਵਿੱਚੋਂ ਕੁਝ ਗੱਲਾਂ ਨੂੰ ਧਿਆਨ ਕਰਾਂਗੇ। ਉਤਪਤ ਦੇ ਕਿਤਾਬ ਅਧਿਆਇ 42 ਇਸ ਵਿੱਚ ਆਪਾਂ ਵੇਖਦੇ ਹਾਂ ਯਾਕੂਬ ਨੂੰ ਪਤਾ ਲੱਗਦਾ ਹੈ ਕਿ ਮਿਸਰ ਦੇ ਵਿੱਚ ਅੰਨ ਹੈ। ਸੋ ਯਾਕੂਬ ਉਹਦੇ ਪੁੱਤਰਾਂ ਨੂੰ ਆਖਦਾ ਹੈ ਕਿ ਉਹ ਉੱਤੇ ਜਾ ਕੇ ਅੰਨ ਵਿਆਜਨ। ਜਦ ਉਹ ਉੱਤੇ ਜਾਂਦੇ ਯੂਸਫ ਉਹਨਾਂ ਨੂੰ ਪਛਾਣ ਲੈਂਦਾ ਪਰ ਉਹ ਯੂਸਫ ਨੂੰ ਨਹੀਂ ਪਛਾਣਦੇ ਅਤੇ ਯੂਸਫ ਉਹਨਾਂ ਨੂੰ ਆਖਦਾ ਹੈ ਕਿ ਤੁਸੀਂ ਖੋਜੀ ਹੋ ਅਤੇ ਇਸ ਦੇਸ਼ ਨੂੰ ਨਸ਼ਟ ਕਰਨ ਲਈ ਦੁਰਦਿਸ਼ਾ ਦੇਖਣ ਲਈ ਆਏ ਹੋ। ਉਦੋਂ ਉਹ ਯੂਸਫ ਨੂੰ ਆਖਦੇ ਅਸੀਂ ਖੋਜੀ ਨਹੀਂ ਹਾਂ, ਅਸੀਂ ਇੱਕੋ ਮਨਕ ਦਾ ਪੁੱਤਰ ਹਾਂ ਅਤੇ ਅਸੀਂ 12 ਹਾਂ, ਉਸ ਵਿੱਚ ਇੱਕ ਹੈ ਹੀ ਨਹੀਂ ਅਤੇ ਇੱਕ ਸਾਡੇ ਪਿਤਾ ਕੋਲ ਹੈਗਾ। ਅਸੀਂ 10 ਅੰਨ ਵਿਆਜਨ ਲਈ ਉਰੇ ਆਏ ਹਾਂ। ਪਰ ਯੂਸਫ ਉਹਨਾਂ ਨੂੰ ਜਾਣ ਕੇ ਆਖਦਾ ਮੈਂ ਜ਼ਰੂਰ ਜਾਣਾਂਗਾ, ਤੁਸੀਂ ਖੋਜੀ ਹੋ। ਉਹ ਉਹਨਾਂ ਨੂੰ ਆਖਦਾ ਕਿ ਤੁਸੀਂ ਜ਼ਰੂਰ ਖੋਜੀ ਹੋ। ਜਦ ਤੱਕ ਤੁਹਾਡਾ ਨਿੱਕੇ ਭਰਾ ਮੇਰੇ ਲਵੇ ਨਾ ਆਵੇ ਉਦੋਂ ਤੱਕ ਮੈਂ ਤੁਹਾਡੇ ਵਿੱਚ ਇੱਕ ਪ੍ਰਾਣ ਮੇਰੇ ਕੋਲ ਰੱਖਾਂਗਾ। ਇਸ ਪ੍ਰਕਾਰ ਉਹ ਕਰੜਾਈ ਨਾਲ ਉਹਦੇ ਭਰਾਵਾਂ ਨਾਲ ਬੋਲਦਾ ਪਰ ਉਹ ਉਹਨਾਂ ਨਾਲ ਚੰਗਾ ਵਰਤਾਵਾ ਕਰਦਾ। ਉਹਨਾਂ ਦੇ ਚਾਂਦੀ ਨੂੰ ਉਹਨਾਂ ਦੇ ਗੂਣ ਵਿੱਚ ਪਾ ਦਿੰਦਾ। ਜਦ ਉਸ ਚਾਂਦੀ ਨੂੰ ਉਹ ਵੇਖਦੇ ਉਦੋਂ ਉਹ ਆਖਦੇ ਆਪਾਂ ਜੋ ਆਪਣੇ ਭਰਾ ਨਾਲ ਕੀਤਾ ਸੀ ਉਹ ਵਿਪਤਾ ਆਪਣੇ ਕੋਲ ਮੁੜ ਆਉਂਦੀ ਹੈ। ਉਹ ਸਦਾ ਇਹਨਾਂ ਗੱਲਾਂ ਨੂੰ ਲੈ ਕੇ ਦੁਖੀ ਸੀ। ਇਸ ਕਾਰਨ ਕੁਝ ਵੀ ਉਹਨਾਂ ਨਾਲ ਗਲਤ ਵਾਪਰੇ ਤਾਂ ਉਹ ਇਹ ਸੋਚਦੇ ਸੀ ਅਸੀਂ ਆਪਣੇ ਭਰਾ ਦੀ ਆਤਮਾ ਦੀ ਦੁੱਖ ਨੂੰ ਵੇਖਦੇ ਹੋਏ ਉਹਦੀ ਨਾ ਸੁਣੀ। ਇਸ ਕਾਰਨ ਇਸ ਵਿਪਤਾ ਆਪਣੇ ਉੱਤੇ ਆਉਂਦੀ ਕਰਕੇ ਸਮਝ ਬੈਠਦੇ ਸੀ। ਇਸ ਗੱਲ ਨੂੰ ਆਪਾਂ ਚੰਗੀ ਤਰ੍ਹਾਂ ਇਸ ਅਧਿਆਇ ਦੇ ਵਿੱਚ ਵੇਖਦੇ ਹਾਂ। ਦੂਸਰੀ ਸਮੂਏਲ ਦੀ ਪੋਥੀ ਅਧਿਆਇ 2 ਦੇ ਵਿੱਚ ਆਪਾਂ ਵੇਖਦੇ ਹਾਂ ਬੈਨਯਮੀਨੀ ਦਾਊਦ ਨਾਲ ਲੜਦੇ ਯਾਨੀ ਕਿ ਸਾਊਲ ਦੇ ਘਰਾਣੇ ਦਾਊਦ ਦੇ ਘਰਾਣੇ ਨਾਲ ਲੜਦੇ। ਸਾਊਲ ਸਦਾ ਉਹ ਚਾਹੁੰਦਾ ਸੀ ਦਾਊਦ ਨੂੰ ਮਾਰੇ। ਦਾਊਦ ਨੂੰ ਪਰਮੇਸ਼ਰ ਪਸੰਦ ਕਰਦਾ ਸੀ। ਇਸ ਗੱਲ ਦੇ ਕਾਰਨ ਹੀ ਸਾਊਲ ਉਹਨੂੰ ਮਾਰਨਾ ਚਾਹੁੰਦਾ ਸੀ। ਪਰ ਦਾਊਦ ਨੇ ਕਦੇ ਵੀ ਬੈਨਯਮੀਨ ਨਾਲ ਕੋਈ ਬੁਰਾਈ ਨਹੀਂ ਕੀਤੀ। ਫਿਰ ਵੀ ਸਾਊਲ ਦੇ ਘਰਾਣੇ ਸਦਾ ਦਾਊਦ ਨੂੰ ਆਪਣੀ ਵੇਰੀ ਸਮਝੇ ਅਤੇ ਉਹਨੂੰ ਮਾਰਨ ਲਈ ਉਹਨੂੰ ਨਸ਼ਟ ਕਰਨ ਲਈ ਚਾਹੁੰਦੇ। ਇਸ ਅਧਿਆਇ ਦੇ ਵਿੱਚ ਆਪਾਂ ਵੇਖਦੇ ਹਾਂ ਫਿਰ ਵੀ ਦਾਊਦ ਨਾਲ ਪਰਮੇਸ਼ਰ ਰਹੇਗਾ ਅਤੇ ਦਾਊਦ ਦੇ ਟਹਿਲਵਾਨ ਸਾਊਲ ਦੇ ਟਹਿਲਵਾਨ ਨੂੰ ਮਾਰ ਦਿੰਦੇ। ਇਸ ਅਧਿਆਇ ਦੇ ਵਿੱਚ ਬੈਨਯਮੀਨੀ ਬਿਨਾ ਮਤਲਬ ਦਾਊਦ ਨਾਲ ਵੈਰ ਰੱਖਦੇ, ਈਰਖਾ ਰੱਖਦੇ ਅਤੇ ਸਾਊਲ ਦੇ ਟਹਿਲਵਾਨ ਦਾਊਦ ਦੇ ਟਹਿਲਵਾਨ ਦੇ ਕੋਲ ਹਾਰ ਜਾਂਦੇ ਹੋਏ ਇਸ ਅਧਿਆਇ ਦੇ ਵਿੱਚ ਵੇਖਦੇ ਹਾਂ। ਦਾਊਦ ਜ਼ਬੂਰ 13 ਦੇ ਵਿੱਚ ਲਿਖਦਾ ਹੈ ਕਿ ਮੇਰੀ ਵੇਰੀ ਕਿੰਨੇ ਹੀ ਵੱਧ ਗਏ ਹਨ। ਉਹ ਚਾਹੁੰਦੇ ਹਨ ਮੈਨੂੰ ਮਾਰਨ, ਮੈਨੂੰ ਨਾਸ ਕਰਨ, ਮੈਨੂੰ ਕੁੱਟਣ। ਪਰ ਯਹੋਵਾ ਪਰਮੇਸ਼ਰ ਮੈਂ ਤੇਰੇ ਅੱਗੇ ਦੁਆ ਕਰਦਾ ਹਾਂ ਤੂੰ ਕਦ ਤੱਕ ਮੈਨੂੰ ਭੁਲਾ ਛੱਡੇਗਾ ਅਤੇ ਮੈਨੂੰ ਤਿਆਗੇਗਾ। ਮੇਰੇ ਵੇਰੀ ਮੇਰੇ ਉੱਤੇ ਕਦ ਤੱਕ ਜਿੱਤ ਪ੍ਰਾਪਤ ਕਰਦੇ ਰਹਿਣਗੇ। ਯਹੋਵਾ ਪਰਮੇਸ਼ਰ ਤੂੰ ਮੈਨੂੰ ਬਚਾ ਲੈ ਕਹਿ ਕੇ ਪ੍ਰਾਰਥਨਾ ਕਰਦਾ ਅਤੇ ਆਖਰੀ ਦੇ ਵਿੱਚ ਇਹ ਕਹਿੰਦਾ ਮੈਂ ਜਾਣਦਾ ਹਾਂ ਕਿ ਤੂੰ ਜ਼ਰੂਰ ਮੇਰੇ ਵੇਰੀਆਂ ਉੱਤੇ ਜਿੱਤ ਪ੍ਰਾਪਤ ਕਰਨ ਲਈ ਮੈਨੂੰ ਮੌਕਾ ਬਖਸ਼ੇਗਾ। ਸੋ ਮੈਂ ਕੀਤੇ ਹੋਏ ਉਹਨਾਂ ਸਾਰੇ ਉਪਕਾਰਾਂ ਨੂੰ ਯਾਦ ਕਰਕੇ ਤੇਰੀ ਉਸਤਤ ਗਾਵਾਂਗਾ ਕਹਿ ਕੇ ਇਸ ਅਧਿਆਇ ਨੂੰ ਸਮਾਪਤ ਕਰਦਾ। ਮਰਕੁਸ ਦੀ ਇੰਜਿਲ ਅਧਿਆਇ 3 ਦੇ ਵਿੱਚ ਵੇਖਦੇ ਹਾਂ ਫਰੀਸੀ ਅਤੇ ਸਦੂਸੀ ਯਿਸੂ ਮਸੀਹ ਉੱਤੇ ਆਪਣੇ ਵੈਰ ਨੂੰ ਈਰਖਾ ਨੂੰ ਵਿਖਾਉਂਦੇ। ਉਹ ਚਾਹੁੰਦੇ ਕਿ
ਯਿਸੂ ਮਸੀਹ ਭਲਾ ਕੰਮ ਕਰਦਾ, ਇਸ ਕਾਰਨ ਉਹ ਲੋਕਾਂ ਦੇ ਵਿਚਕਾਰ ਮਹਿਸੂਸ ਹੁੰਦਾ ਜਾ ਰਿਹਾ। ਇਹ ਸਾਡੇ ਤੋਂ ਉੱਚੀ ਪਦਵੀ ਨਾ ਲੈ ਜਾਵੇ ਸੋਚ ਕੇ ਯਿਸੂ ਮਸੀਹ ਨੂੰ ਮਾਰਨਾ ਚਾਹੁੰਦੇ ਅਤੇ ਉਹ ਮਤਾ ਪਖਾਉਂਦੇ। ਹਰ ਪਲ ਹਰ ਘੜੀ ਸੋਚਦੇ ਕਿ ਜੇ ਕੁਝ ਕਰੇ ਅਤੇ ਉਸ ਨੂੰ ਆਪਾਂ ਦੋਸ਼ੀ ਠਹਿਰਾਏ। ਉਹ ਚਾਹੁੰਦੇ ਕਿ ਜੇ ਸਬਤ ਦੇ ਦਿਨ ਚੰਗਾ ਕੰਮ ਇਹ ਕਰੇ ਤਾਂ ਉਸ ਦੇ ਪ੍ਰਤੀ ਉਹਨੂੰ ਆਪਾਂ ਦੋਸ਼ੀ ਠਹਿਰਾਏ। ਪਰ ਯਿਸੂ ਮਸੀਹ ਉਹਨਾਂ ਨੂੰ ਪੁੱਛਦਾ, ਸਬਤ ਦੇ ਦਿਨ ਭਲਾ ਕਰਨਾ ਜਾਂ ਬੁਰਾਈ ਕਰਨਾ ਯੋਗ ਹੈ? ਉਹਨਾਂ ਦੀ ਮਨ ਆਪਣੇ ਇਖਤਿਆਰ ਨੂੰ ਕਾਇਮ ਰੱਖਣ ਦੇ ਪਿੱਛੇ ਸਖਤ ਦਿਲ ਹੋ ਜਾਂਦਾ। ਸੋ ਉਹ ਕੁਝ ਵੀ ਜਵਾਬ ਯਿਸੂ ਮਸੀਹ ਨੂੰ ਨਾ ਦਿੰਦੇ ਤਾਂ ਯਿਸੂ ਮਸੀਹ ਉਹਨਾਂ ਦੇ ਸਖਤ ਦਿਲੀ ਦੇ ਕਾਰਨ ਉਹਨਾਂ ਰੋਗੀਆਂ ਨੂੰ ਚੰਗਾ ਕਰਦਾ। ਉਹ ਪ੍ਰਭੂ ਯਿਸੂ ਮਸੀਹ ਜਦ ਪਰਿਸ਼ਟ ਆਤਮਾ ਨੂੰ ਕੱਢਦਾ ਤਾਂ ਉਹ ਯਿਸੂ ਮਸੀਹ ਨੂੰ ਇਸ ਪ੍ਰਕਾਰ ਆਖਦੇ, ਇਹ ਪੁੱਤਾਂ ਦੀ ਸਰਦਾਰ ਬਾਲ ਸਬੂਲ ਦੇ ਸਹਾਇਤ ਨਾਲ ਪੁੱਤਾਂ ਨੂੰ ਕੱਢਦੇ। ਉਦੋਂ ਪ੍ਰਭੂ ਯਿਸੂ ਮਸੀਹ ਉਹਨਾਂ ਨੂੰ ਆਖਦਾ, ਹੁਣ ਤੱਕ ਤੁਸੀਂ ਮੇਰੇ ਖਿਲਾਫ ਬੋਲਦੇ ਰਹੇ, ਇਹ ਗੱਲਾਂ ਤਾਂ ਤੁਹਾਡੇ ਲਈ ਮਾਫ ਕੀਤਾ ਜਾਵੇਗਾ, ਪਰ ਜਿਹੜਾ ਤੁਸੀਂ ਹੁਣ ਕਰਦੇ ਹੋ ਉਸ ਪਵਿੱਤਰ ਆਤਮਾ ਦੇ ਖਿਲਾਫ ਪਾਪ ਕਰਦੇ ਹੋ, ਜਿਸ ਆਤਮਾ ਦੇ ਸਹਾਇਤ ਨਾਲ ਮੈਂ ਪੁੱਤਾਂ ਨੂੰ ਕੱਢਦਾ ਹਾਂ। ਇਹ ਪਾਪ ਤੁਹਾਡੇ ਲਈ ਕਦੇ ਵੀ ਮਾਫ ਕੀਤਾ ਨਹੀਂ ਜਾਣਾ ਕਰਕੇ ਪ੍ਰਭੂ ਯਿਸੂ ਮਸੀਹ ਆਖਦਾ। ਕੁੱਲ ਮਿਲਾ ਕੇ ਨਾ ਸਾਰੇ ਅਧਿਆਇ ਦੇ ਵਿੱਚੋਂ ਆਪਾਂ ਨੂੰ ਇੱਕ ਗੱਲ ਪਤਾ ਲੱਗਦਾ ਹੈ ਕਿ ਹਰੇਕ ਇਨਸਾਨ ਆਪਣੇ ਫਾਇਦੇ ਲਈ ਈਰਖਾ ਕ੍ਰੋਧਿਤ ਕਿਸੇ ਔਰ ਉੱਤੇ ਕਰਦਾ ਅਤੇ ਈਰਖਾ ਅਤੇ ਕ੍ਰੋਧ ਦੇ ਕਾਰਨ ਉਹ ਪਾਪ ਕਰਦੇ। ਉਸ ਪਾਪ ਦਾ ਸੀਮਾ ਜੇ ਪ੍ਰਭੂ ਦੀ ਮਰਜ਼ੀ ਦੇ ਅੰਦਰ ਹੋਵੇ ਤਾਂ ਉਹ ਮਾਫੀ ਪਾ ਲੈਂਦੇ, ਪਰ ਜਿਹੜਾ ਅਤਿਵਧਿਕ ਪਾਪ ਕਰਦਾ ਆਪਣੇ ਮਨ ਦੀ ਸਖਤ ਦਿਲ ਨਾਲ, ਉਦੋਂ ਉਹਨਾਂ ਦੇ ਪਾਪਾਂ ਦੀ ਮਾਫੀ ਨਹੀਂ ਹੁੰਦੀ ਹੈ। ਸੋ ਪ੍ਰਭੂ ਦੇ ਪਿਆਰਿਓ, ਆਪਾਂ ਅਣਜਾਣੇ ਕੋਈ ਪਾਪ ਕਰੇ ਤਾਂ ਉਸ ਪਾਪ ਮਾਫ ਕੀਤਾ ਜਾਵੇਗਾ। ਸਗੋਂ ਜੇ ਆਪਾਂ ਸਖਤ ਦਿਲ ਦੇ ਕਾਰਨ, ਆਪਣੇ ਹੀ ਸਖਤ ਦਿਲ ਦੇ ਕਾਰਨ ਪਾਪ ਕਰੇ ਤਾਂ ਉਹ ਪਾਪ ਮਾਫ ਕੀਤਾ ਨਹੀਂ ਜਾਂਦਾ, ਕਿਉਂਕਿ ਉਹ ਪਾਪ ਪਵਿੱਤਰ ਆਤਮਾ ਦੇ ਖਿਲਾਫ ਹੁੰਦੀ ਹੈ। ਸੋ ਆਪਾਂ ਪਵਿੱਤਰ ਆਤਮਾ ਦੇ ਖਿਲਾਫ ਕਦੇ ਵੀ ਪਾਪ ਨਾ ਕਰੇ। ਪ੍ਰਭੂ ਤੁਹਾਨੂੰ ਨਾ ਸਾਰੇ ਵਚਨਾਂ ਦੇ ਰਾਹੀਂ ਆਸੀਸ ਦੇਵੇ। ਜੈ ਮਸੀਹ ਦੀ। ਗॉड ब्लेस यू।